ਹੈਲੋ ਦੋਸਤੋ, ਅੱਜ ਆਪਾਂ ਜਿਹੜਾ ਟੌਪਿਕ ਕਰਨਾ ਉਹ ਆਪਾਂ ਇੰਪੋਰਟੈਂਟ ਪ੍ਰੀਵੀਅਸ ਈਅਰ ਕੁਐਸਚਨਸ ਆਫ ਹਿਸਟਰੀ ਇਹਦੇ ਬਾਰੇ ਡਿਸਕਸ ਕਰਾਂਗੇ ਤੁਹਾਡੇ ਨਾਲ। ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਕੁਐਸਚਨ ਆਏ ਹੋਏ ਆ ਹਿਸਟਰੀ ਦੇ ਵਿੱਚੋਂ ਇੰਪੋਰਟੈਂਟ, ਪਲੱਸ ਉਹਨਾਂ ਦੇ ਨਾਲ ਜਿੰਨੇ ਫੈਕਟ ਹੋਣਗੇ ਜਿਹੜੇ ਹੁਣ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ ਜਾਂ ਪਹਿਲਾਂ ਪੁੱਛੇ ਗਏ ਆ, ਉਹ ਤਾਂ ਤੁਹਾਨੂੰ ਕੁਐਸਚਨ ਦੇ ਵਿੱਚ ਹੀ ਮਿਲ ਜਾਣਗੇ। ਉਹਨਾਂ ਦੇ ਨਾਲ ਮਿਲਦੇ ਜਿਹੜੇ ਇਹ ਐਗਜ਼ਾਮ ਦੇ ਵਿੱਚ ਜਾਂ ਫਿਰ ਆਉਣ ਵਾਲੇ ਜਿੰਨੇ ਵੀ ਹੋਰ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਵੀ ਆ ਸਕਦੇ ਆ ਜਾਂ ਸੰਭਾਵਨਾ ਉਹਨਾਂ ਦੇ ਬਣਨ ਦੀ ਹੈਗੀ ਆ, ਤਾਂ ਉਹ ਸਾਰੇ ਆਪਾਂ ਤੁਹਾਡੇ ਨਾਲ ਡਿਸਕਸ ਕਰਨੇ ਆ। ਤਾਂ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਔਰ ਜਿਹੜੇ ਚੈਨਲ ਤੇ ਨਵੇਂ ਆ ਦੈਨ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਦੇਖੋ ਥੰਬਨੇਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਵੀ ਆਪਾਂ ਬੇਸਿਕਲੀ ਸਿੰਧੂ ਘਾਟੀ ਸੱਭਿਅਤਾ, ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਹਿਸਟਰੀ ਦੇ ਵਿੱਚੋਂ ਐਂਸ਼ੀਅੰਟ ਹਿਸਟਰੀ ਦੇ ਵਿੱਚੋਂ ਜ਼ਿਆਦਾ ਚੀਜ਼ਾਂ ਨਹੀਂ ਕਰਨੀਆਂ। ਸਿੰਧੂ ਘਾਟੀ ਦੀ ਸੱਭਿਅਤਾ ਕਰ ਲਓ ਪ੍ਰੋਪਰ ਤੁਸੀਂ, ਔਰ ਬੁੱਧਿਜ਼ਮ ਔਰ ਜੈਨਿਜ਼ਮ ਦੇ ਬਾਰੇ ਕਰ ਲਿਓ, ਬਸ ਇੰਨਾ ਤੁਹਾਨੂੰ ਕਾਫੀ ਆ। ਬਾਕੀ ਥੋੜ੍ਹਾ ਬਹੁਤਾ ਜਿਹੜੇ ਬਾਕੀ ਰਾਜੇ ਮਹਾਰਾਜੇ ਸੀਗੇ ਉਹਨਾਂ ਦੇ ਵਿੱਚੋਂ ਬਸ ਥੋੜ੍ਹਾ ਜਾਣਕਾਰੀ ਤੁਹਾਨੂੰ ਸਾਰਿਆਂ ਦੇ ਬਾਰੇ ਹੋਣੀ ਚਾਹੀਦੀ ਹੈ, ਬਸ ਉਹਨੇ ਦੇ ਨਾਲ ਤੁਹਾਡਾ ਕੰਮ ਆ ਜਿਹੜਾ ਉਹ ਚੱਲ ਜਾਣਾ। ਇਦੋਂ ਜ਼ਿਆਦਾ ਕੋਈ ਡੈਪਥ ਦੇ ਵਿੱਚ ਜਾ ਕੇ ਐਂਸ਼ੀਅੰਟ ਦੇ ਵਿੱਚੋਂ ਕੁਐਸਚਨ ਨਹੀਂ ਬਣੂਗਾ। ਤਾਂ ਇਹਦੇ ਚੋਂ ਵੀ ਮੈਂ ਤੁਹਾਨੂੰ ਇਹ ਨਹੀਂ ਵੀ ਸਿੰਧੂ ਘਾਟੀ ਪ੍ਰੋਪਰ ਪੂਰੀ A to Z ਕਰਵਾਉਣੀ ਆ, ਜਿਹੜਾ ਇੰਪੋਰਟੈਂਟ ਟੂ ਦਾ ਪੁਆਇੰਟ ਤੁਹਾਡੇ ਲਈ ਹੋਊਗਾ ਐਗਜ਼ਾਮ ਦੇ ਵਿੱਚ, ਬਸ ਤੁਹਾਡਾ ਕੁਐਸਚਨ ਨਾ ਫਸੇ ਇਹੋ ਜਿਹੇ ਹਿਸਾਬ ਦੇ ਨਾਲ ਆਪਾਂ ਕਰਾਉਣਾਗਾ। ਠੀਕ ਆ, ਤਾਂ ਕਰੋ ਨੰਬਰ ਪੱਕੇ। ਤੁਸੀਂ ਸਭ ਨੇ ਦੇਖਿਆ, ਦੈਨ ਹੁਣ ਆਪਾਂ ਦੇਖਦੇ ਹਾਂ ਵੀ ਆਪਣੇ ਨੰਬਰ ਕਿਵੇਂ ਪੱਕੇ ਹੁੰਦੇ ਆ। ਤਾਂ ਪ੍ਰੋਪਰ ਆਪਾਂ ਇਹ ਨਾਇਬ ਤਹਿਸੀਲਦਾਰ ਦੇ ਲਈ ਖਾਸ ਸਪੈਸ਼ਲ ਤੌਰ ਤੇ ਰੱਖਿਆ। ਤਾਂ ਦੇਖੋ ਪਹਿਲਾ ਕੁਐਸਚਨ, ਬੱਚੇ ਦੇਖੋ ਕੁਐਸਚਨ ਹੋਣਗੇ ਥੋੜ੍ਹੇ, ਬਟ ਕੁਐਸਚਨ ਦੇ ਵਿੱਚੋਂ ਜਿਹੜੇ ਅੱਗੇ ਬਣਨਗੇ, ਕਿਉਂਕਿ ਫਿਰ ਜ਼ਿਆਦਾ ਕੁਐਸਚਨ ਰੱਖ ਲਈਏ ਤਾਂ ਇੱਕ ਵੀਡੀਓ ਫਿਰ ਕਾਫੀ ਜ਼ਿਆਦਾ ਲੌਂਗ ਹੋ ਜਾਂਦੀ ਆ। 15 ਤੋਂ 20 25 30 ਮਿੰਟ ਤੱਕ ਵੀਡੀਓ ਐਵਰੇਜ ਆ ਵੀ ਇੰਨੇ ਕੁ ਤੱਕ ਬੱਚੇ ਆਸਾਨੀ ਦੇ ਨਾਲ ਦੇਖ ਸਕਦੇ ਆ। ਤਾਂ ਬਿਨਾਂ ਕਿਸੇ ਟਾਈਮ ਵੇਸਟ ਤੋਂ ਆਪਾਂ ਆਪਣਾ ਕੁਐਸਚਨ ਆ ਜਿਹੜਾ ਉਹ ਸਟਾਰਟ ਕਰਨ ਲੱਗੇ ਆ। 3 ਹਿਊਮਨ ਸਕੈਲਟਨ ਇਨ ਅ ਸਿੰਗਲ ਗ੍ਰੇਵ ਵਰ ਰਿਕਵਰਡ ਐਟ। ਤਾਂ ਦੇਖੋ ਮੈਂ ਤੁਹਾਨੂੰ ਆਪਣੀ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣਾ। ਤਾਂ 3 ਹਿਊਮਨ ਸਕੈਲਟਨ ਹੁੰਦੇ ਨੇ ਕੰਕਾਲ, ਜਿਹੜੇ ਇਹਨਾਂ ਦੇ ਸਕੈਲਟਨ ਮਿਲੇ ਨੇ ਤਾਂ ਉਹ ਸਿੰਗਲ ਗ੍ਰੇਵ ਦੇ ਵਿੱਚੋਂ, ਜਾਣੀ ਕਿ 3 ਜਣਿਆਂ ਦੇ, ਤਾਂ ਉਹ ਇਹਨਾਂ ਦੇ ਵਿੱਚੋਂ ਕਿੱਥੇ ਮਿਲਿਆ? ਸਰਾਈ ਨਾਹਰ ਰਾਏ, ਦਮਦਮ ਔਰ ਮਹਾਦਹਾ ਔਰ ਲੰਘਨਾਜ। ਤਾਂ ਇਹਨਾਂ ਦੇ ਵਿੱਚੋਂ ਜਿਹੜੀ ਇਹਦੀ ਕਰੈਕਟ ਆਪਸ਼ਨ ਹੈਗੀ ਆ ਉਹ ਹੈਗੀ ਆ B। ਦਮਦਮ ਦੇ ਵਿੱਚੋਂ ਸਾਡਾ ਇਹ ਜਿਹੜੇ ਮਿਲੇ ਨੇ ਸਾਨੂੰ, ਇਹ ਮਿਲੇ ਨੇ ਇਹ ਕਿੱਥੇ ਆ? ਪ੍ਰਤਾਪਗੜ੍ਹ ਯੂਪੀ ਦੇ ਵਿੱਚ ਆ। ਤਾਂ ਇਹ ਜਗ੍ਹਾ ਦੇ ਬਾਰੇ ਬੇਸਿਕ ਫੈਕਟ ਆ ਜਿਹੜੇ, ਤਾਂ ਇੱਥੋਂ ਦੇਖੋ ਇਹ ਤਾਂ ਹੁਣ ਕੁਐਸਚਨ ਸੀਗਾ ਪਹਿਲਾਂ ਤੋਂ ਫਰੇਮ ਹੋਇਆ ਵਾ ਜਿਹੜਾ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਇਹਦੇ ਵਿੱਚੋਂ ਹੋਰ ਕੀ ਤੁਹਾਨੂੰ ਫੈਕਟ ਆ ਸਕਦੇ ਆ? ਤਾਂ ਇੱਥੋਂ ਜਿਹੜੇ ਕਿੰਨੀਆਂ ਗ੍ਰੇਵਸ ਮਿਲੀਆਂ ਨੇ? 41 ਹਿਊਮਨ ਗ੍ਰੇਵ ਇੱਥੋਂ ਮਿਲੀਆਂ ਨੇ। 5 ਤਾਂ ਹੈਗੀਆਂ ਨੇ ਜਿਹੜੀਆਂ ਡਬਲ ਸੀਗੀਆਂ, ਔਰ ਇੱਕ ਸੀਗੀ ਇਹਨਾਂ ਦੇ ਵਿੱਚੋਂ ਟ੍ਰਿਪਲ, ਜਿਹੜੀ ਦੀ ਕੁਐਸਚਨ ਦੇ ਵਿੱਚ ਡਿਸਕਸ ਚੱਲ ਰਿਹਾ। ਔਰ 4 ਹਿਊਮਨ ਸਕੈਲਟਨ ਵਾਲੀਆਂ ਕਿਤੋਂ ਮਿਲੀਆਂ ਨੇ? ਸਰਾਈ ਨਾਹਰ ਰਾਏ। ਤਾਂ ਇਹਦੇ ਬਾਰੇ ਅੱਗੇ ਆਪਾਂ ਫੈਕਟ ਦੇਖਾਂਗੇ। ਜਿਹੜੀ ਲਾਸਟ ਦੇ ਉੱਤੇ ਸਰਾਈ ਨਾਹਰ ਰਾਏ ਦੀ ਆਪਾਂ ਗੱਲ ਕੀਤੀ ਆ, ਦੈਨ ਪਹਿਲਾ ਕੁਐਸਚਨ ਤੁਹਾਨੂੰ ਕਲੀਅਰ ਹੋ ਗਿਆ ਵੀ 3 ਹਿਊਮਨ ਸਕੈਲਟਨ ਕਿੱਥੋਂ ਮਿਲੇ ਨੇ? ਦਮਦਮਾ। ਔਰ ਇਹ ਕਿੱਥੇ ਆ? ਪ੍ਰਤਾਪਗੜ੍ਹ ਯੂਪੀ ਦੇ ਵਿੱਚ ਆ। ਇੱਥੋਂ 41 ਹਿਊਮਨ ਗ੍ਰੇਵ ਫਾਊਂਡ ਹੋਈਆਂ ਸੀ, 5 ਉਹਨਾਂ ਦੇ ਵਿੱਚੋਂ ਡਬਲ ਦਫਨਾਈਆਂ, ਇੱਕ ਟ੍ਰਿਪਲ ਆ। ਔਰ ਜੇ 4 ਵਾਲੇ ਦੀ ਗੱਲ ਕਰੀਏ, 4 ਹਿਊਮਨ ਸਕੈਲਟਨ ਉਹ ਸਰਾਈ ਨਾਹਰ ਰਾਏ ਤੋਂ ਮਿਲੇ ਸੀ। ਤਾਂ ਪਹਿਲਾ ਕੁਐਸਚਨ ਓਕੇ। ਦੂਸਰਾ, ਦ ਅਰਲੀਐਸਟ ਐਵੀਡੈਂਸ ਆਫ ਮੈਨ ਇਨ ਇੰਡੀਆ ਇਜ਼ ਫਾਊਂਡ ਇਨ। ਤਾਂ ਦੇਖੋ ਵੀ ਜਿਹੜੇ ਕਹਿੰਦੇ ਆ ਵੀ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਮੈਨ ਦੇ ਐਵੀਡੈਂਸ ਸਬੂਤ ਪਾਏ ਗਏ ਨੇ ਭਾਰਤ ਦੇ ਵਿੱਚ, ਉਹ ਕਿੱਥੋਂ ਮਿਲੇ ਆ? ਨੀਲਗਿਰੀ ਹਿਲਸ, ਸਿਵਾਲਿਕ ਹਿਲਸ, ਨਰਮਦਾ ਵੈਲੀ ਔਰ ਨਲਮਾਲਾ ਹਿਲਸ। ਤਾਂ ਇਹਨਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ, ਦੇਖੋ ਹਿਲਸ ਆ ਪਹਾੜਾਂ ਦੇ ਵਿੱਚ ਬਹੁਤ ਰੇਅਰ ਰਹਿੰਦੇ ਆ, ਬਟ ਨਦੀ ਦੇ ਕਿਨਾਰੇ। ਤਾਂ ਇਹਦੇ ਵਿੱਚ ਇੱਕ ਹੀ ਨੇਮ ਨਦੀ ਦਾ ਆਉਂਦਾ, ਉਹ ਹੈਗਾ ਨਰਮਦਾ ਵੈਲੀ, ਜਾਣੀ ਕਿ ਨਰਮਦਾ ਘਾਟੀ। ਤਾਂ ਇਹਦਾ ਕਰੈਕਟ ਆਪਸ਼ਨ ਕੀ ਆ? ਨਰਮਦਾ ਘਾਟੀ। ਤਾਂ ਇਹ ਰੀਜਨ ਕਿੱਥੇ ਸੀਗਾ? MP ਦੇ ਵਿੱਚ, ਔਰ ਡਿਸਕਵਰਡ ਕੀਤਾ ਗਿਆ ਸੀ 1982 ਦੇ ਵਿੱਚ। ਔਰ ਬਾਕੀ ਜੇ ਹੁਣ ਆਪਾਂ ਗੱਲ ਕਰੀਏ ਵੀ ਸਾਨੂੰ ਐਗਰੀਕਲਚਰ ਦੇ ਐਵੀਡੈਂਸ ਨੇ ਜਿਹੜੇ ਉਹ ਕਿੱਥੋਂ ਮਿਲੇ ਨੇ? ਉਹ ਸਾਨੂੰ ਮਿਲੇ ਨੇ ਮੇਹਰਗੜ੍ਹ ਤੋਂ। ਤਾਂ ਇਹ ਇੰਪੋਰਟੈਂਟ ਫੈਕਟ ਆ, ਇਹਨੂੰ ਤੁਸੀਂ ਸਟਾਰ ਮਾਰਕ ਕਰ ਲਿਓ। ਬਹੁਤ ਵਾਰ ਇਹ ਕੁਐਸਚਨ ਆਇਆ ਹੋਇਆ ਕਿ ਸਾਨੂੰ ਐਗਰੀਕਲਚਰ ਦੇ ਔਰ ਪਲੱਸ ਇਹਦੇ ਨਾਲ ਹੀ ਡੋਮੈਸਟਿਕ ਐਨੀਮਲ, ਕਿਉਂਕਿ ਜੇ ਖੇਤੀਬਾੜੀ ਆ ਤਾਂ ਉੱਥੇ ਡੋਮੈਸਟਿਕ ਯਾਨੀ ਕਿ ਘਰੇਲੂ ਐਨੀਮਲ ਪਾਲਤੂ ਮਤਲਬ ਕਿ ਇਹਨਾਂ ਨੇ ਰੱਖੇ ਹੋਏ ਸੀ। ਤਾਂ ਇਹਨਾਂ ਦੇ ਪ੍ਰੂਫ ਐਵੀਡੈਂਸ ਵੀ ਸਾਨੂੰ ਮਿਲੇ ਨੇ ਕਿੱਥੋਂ? ਮੇਹਰਗੜ੍ਹ ਤੋਂ। ਤਾਂ ਮੇਹਰਗੜ੍ਹ ਦੇ ਬਾਰੇ ਇਹ ਪੁਆਇੰਟ ਆ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਬੱਚੇ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਓਕੇ, ਚਲੋ ਅਗਲਾ ਕੁਐਸਚਨ ਦੇਖਦੇ ਆਪਾਂ। ਤੀਸਰਾ, ਭੀਮਬੇਟਕਾ ਇਜ਼ ਫੇਮਸ ਫॉर। ਤਾਂ ਹੁਣ ਜਿਹੜਾ ਭੀਮਬੇਟਕਾ, ਇਹ ਬੱਚੇ ਆਪਣਾ ਵੈਸੇ ਟੌਪਿਕ ਆਉਂਦਾ ਆਰਟ ਐਂਡ ਕਲਚਰ ਦੇ ਵਿੱਚੋਂ। ਠੀਕ ਆ, ਤਾਂ ਇਹ ਕਲਚਰ ਤੇ ਆਰਟ ਦਾ ਟੌਪਿਕ ਆ, ਵੈਸੇ ਆਪਾਂ ਨੂੰ ਤਾਂ ਕਰਨਾ ਹੀ ਪੈਣਾ, ਕਿਉਂਕਿ ਹੁਣ ਦੇਖੋ ਭੀਮਬੇਟਕਾ ਇਜ਼ ਫੇਮਸ ਫॉर। ਤਾਂ ਹੁਣ ਇਹ ਕਾਹਦੇ ਲਈ ਫੇਮਸ ਆ? ਮਿਨਰਲ, ਬੁੱਧਿਸਟ ਸਟੈਚੂ, ਰੌਕ ਪੇਂਟਿੰਗ, ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ।
ਤਾਂ ਹੁਣ ਤੁਸੀਂ ਕੋਈ ਵੀ ਕਿਸੇ ਐਗਜ਼ਾਮ ਦੀ ਛੋਟੇ ਜਾਂ ਫਿਰ ਵੱਡੇ ਐਗਜ਼ਾਮ ਦੀ ਤਿਆਰੀ ਕੀਤੀ ਹੋਊਗੀ ਜਾਂ ਫਿਰ ਹਿਸਟਰੀ ਨੂੰ ਥੋੜ੍ਹਾ ਬਹੁਤਾ ਕਦੇ ਖਗੋਲਿਆ ਹੋਊਗਾ, ਦੈਨ ਤੁਸੀਂ ਭੀਮਬੇਟਕਾ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਕਿਉਂਕਿ ਇਹ ਕਾਫੀ ਇੰਪੋਰਟੈਂਟ ਆ। ਤਾਂ ਦੇਖੋ ਇਹਦਾ ਕਰੈਕਟ ਆਨਸਰ ਆ ਇਹ ਹੈਗੀਆਂ ਨੇ ਰੌਕ ਪੇਂਟਿੰਗਸ। ਕੀ ਨੇ ਇਹ? ਰੌਕ ਪੇਂਟਿੰਗਸ ਨੇ। ਤਾਂ ਇਹਦਾ ਆਨਸਰ ਆ ਸੀ। ਜਦ ਇਹ ਇੱਕ ਯੂਨੈਸਕੋ ਸਾਈਟ ਵੀ ਹੈਗੀ ਆ, 2003 ਦੇ ਵਿੱਚ ਇਹਨੂੰ ਯੂਨੈਸਕੋ ਦਾ ਦਰਜਾ ਯਾਨੀ ਕਿ ਵਰਲਡ ਹੈਰੀਟੇਜ ਸਾਈਟ ਡਿਕਲੇਅਰ ਕੀਤਾ ਗਿਆ। ਯੂਨੈਸਕੋ ਸਾਈਟ ਰੌਕ ਪੇਂਟਿੰਗਸ ਆ ਇਹ ਭੀਮਬੇਟਕਾ। ਤਾਂ ਹੁਣ ਹੈ ਕਿੱਥੇ ਆ? ਰਾਇਸੇਨ ਡਿਸਟ੍ਰਿਕਟ ਆਫ MP, ਮੱਧ ਪ੍ਰਦੇਸ਼ ਦੇ ਵਿੱਚ ਆ। ਔਰ ਜਿਹੜਾ ਆਪਾਂ ਪਹਿਲਾਂ ਵਾਲੇ ਕੁਐਸਚਨ ਦੀ ਗੱਲ ਕੀਤੀ ਸੀ ਉਹ ਵੀ ਲੋਕੇਸ਼ਨ ਆਪਣੀ MP ਦੇ ਵਿੱਚ ਹੀ ਬਣਦੀ ਆ। ਇੱਥੇ ਕਾਫੀ ਐਲੀਫੈਂਟ, ਸਾਂਬਰ, ਡੀਰ, ਲਾਇਨ, ਕਾਫੀ ਚੀਜ਼ਾਂ ਦੀਆਂ ਮਤਲਬ ਕਿ ਜਿਹੜੇ ਨੇ ਆਪਣੇ ਐਨੀਮਲਸ ਨੇ ਉਹਨਾਂ ਦੀਆਂ ਇੱਥੇ ਸਟੈਚੂ ਨੇ ਜਿਹੜੇ ਜਾਂ ਫਿਰ ਉਹਨਾਂ ਦੀਆਂ ਪੇਂਟਿੰਗਸ ਨੇ ਉਹ ਇੱਥੇ ਮਿਲੀਆਂ ਨੇ। ਤਾਂ ਇੱਥੇ 133 ਪਿਕਚਰਸ, ਤਕਰੀਬਨ 700, ਕਈ ਜਗ੍ਹਾ 'ਤੇ 700 ਬੱਚੇ, ਕਈ ਜਗ੍ਹਾ 'ਤੇ 600 ਲਿਖਿਆ। ਤਾਂ ਰੌਕ ਸ਼ੈਲਟਰ ਨੇ, ਦ ਭੀਮਬੇਟਕਾ ਰੌਕ ਸ਼ੈਲਟਰ ਵਰ ਫਾਊਂਡ। ਤਾਂ ਇਹ ਕਿਹਦੇ ਦੁਆਰਾ ਫਾਊਂਡ ਸੀ? BS ਦੁਆਰਾ, ਔਰ 1957-58 ਦੇ ਵਿੱਚ ਇਹ ਫਾਊਂਡ ਕੀਤਾ ਗਿਆ ਸੀ। ਬਾਕੀ ਇਹਨਾਂ ਦੇ ਬਾਰੇ ਕੁਝ ਕੁ ਹੋਰ ਫੈਕਟ ਨੇ। ਤਾਂ ਜਿਹੜਾ ਇਹ ਵਰਡ ਆ ਭੀਮਬੇਟਕਾ, ਇਹ ਕਾਹ ਤੋਂ ਲਿਆ? ਭੀਮ ਬੈਟਕਾ। ਤਾਂ ਮਤਲਬ ਇਹਦਾ ਮਤਲਬ ਕੀ ਆ? ਭੀਮ ਜਿਹੜਾ ਕਿ 5 ਪਾਂਡਵਾਂ ਦੇ ਵਿੱਚੋਂ, ਮਹਾਭਾਰਤ ਦੇ ਵਿੱਚ ਪਾਂਡਵ ਤੇ ਕੌਰਵ ਸੀ, ਉਹਨਾਂ ਦੇ ਵਿੱਚੋਂ ਜਿਹੜੇ ਪਾਂਡਵ ਸੀ ਤਾਂ ਪਾਂਡਵਾਂ ਦੇ ਵਿੱਚੋਂ ਇੱਕ ਸੀਗਾ ਭੀਮ। ਤਾਂ ਭੀਮਬੇਟਕਾ ਸਿੰਪਲੀ ਮੀਨਸ ਸਿਟਿੰਗ ਪਲੇਸ ਆਫ ਭੀਮਾ। ਤਾਂ ਭੀਮਾ ਬਹੁਤ ਬਲਸ਼ਾਲੀ ਸੀਗਾ, ਤਾਂ ਇਹਨੂੰ ਕਹਿੰਦੇ ਆ ਵੀ ਭੀਮ ਦੀ ਬੈਠਣ ਦੀ ਜਗ੍ਹਾ ਨੂੰ ਕਿਹਾ ਜਾਂਦਾ ਭੀਮਬੇਟਕਾ। ਤਾਂ ਕਲੀਅਰ ਆ ਤੁਹਾਨੂੰ? ਔਰ ਇਹ ਆਰਕੀਓਲੋਜੀਕਲ ਸਾਈਟ ਕਿਹੜੀ ਦੀ ਆ? ਪਲੀਓਲਿਥਿਕ ਏਜ ਦੀ ਆ। ਹੋਰ ਇਹਦੇ ਬਾਰੇ ਇਹ ਡਿਕਲੇਅਰ ਕੀਤੀ ਗਈ ਆ ਵਰਲਡ ਹੈਰੀਟੇਜ ਸਾਈਟ ਇਨ 2003। ਬਾਕੀ ਇੱਥੇ 600 ਤੋਂ 700 ਕੇਵਸ ਨੇ ਜਿਹੜੀਆਂ ਇੱਥੇ ਹੈਗੀਆਂ ਨੇ। ਤਾਂ ਇੱਥੇ ਕਿਹਦੀਆਂ ਪਿਕਚਰ ਮਿਲੀਆਂ ਨੇ? ਕੁਛ ਦੇ ਨਾਮ ਤੁਸੀਂ ਯਾਦ ਰੱਖ ਲਿਓ, ਲਾਇਨ, ਐਲੀਫੈਂਟ, ਲਿਜ਼ਾਰਡ, ਬਫੈਲੋ, ਟਾਈਗਰਸ, ਵੀਅਰਸ। ਓਕੇ, ਬਾਕੀ ਇਹਦੇ 'ਚੋਂ 12 ਕੇਵਸ ਨੇ ਜਿਹੜੀਆਂ ਵਿਜ਼ਟਰ ਦੇ ਲਈ ਓਪਨ ਨੇ, ਬਾਕੀ ਤਕਰੀਬਨ ਜਿਹੜੀਆਂ ਨੇ ਉਹ ਨਹੀਂ, ਬਾਕੀ ਸਭ ਦੇ ਲਈ ਓਪਨ ਨਹੀਂ ਹੈਗੀਆਂ। ਤਾਂ ਚੌਥਾ ਕੁਐਸਚਨ ਆਪਣਾ, ਇੰਡਸ ਵੈਲੀ ਸਿਵਲਾਈਜੇਸ਼ਨ ਵਾਜ਼ ਨੌਨ ਆਰੀਅਨ ਬਿਕੋਜ਼। ਹੁਣ ਦੇਖੋ ਬੱਚੇ, ਜਦੋਂ ਤੱਕ ਆਪਾਂ ਨੂੰ ਇੰਡਸ ਵੈਲੀ ਦੇ ਬਾਰੇ ਨਹੀਂ ਪਤਾ ਸੀ ਉਦੋਂ ਤੱਕ ਆਪਾਂ ਸਭ ਇਹੀ ਸਮਝਦੇ ਸੀ ਵੀ ਜਿਹੜੀ ਵੈਦਿਕ ਸੱਭਿਅਤਾ ਜਾਂ ਫਿਰ ਵੈਦਿਕ ਕਾਲ ਆ ਵੀ ਉਹ ਸਭ ਤੋਂ, ਜਾਂ ਆਰੀਅਨ ਯੁੱਗ ਕਹਿੰਦੇ ਆ ਜਿਹਨੂੰ ਆਪਾਂ, ਵੀ ਉਹੀ ਸਭ ਤੋਂ ਪੁਰਾਣੀ ਸੱਭਿਅਤਾ ਉਹਨੂੰ ਮੰਨਿਆ ਗਿਆ ਸੀ। ਪਰ ਜਦੋਂ ਇਸ ਤੋਂ ਬਾਅਦ ਇੰਡਸ ਵੈਲੀ ਦੀ ਖੋਜ ਹੋਈ, ਉਹਦੇ ਸਾਨੂੰ ਜਿਹੜੇ ਅਵਸ਼ੇਸ਼ ਸੀਗੇ ਉਹ ਪ੍ਰਾਪਤ ਹੋਏ, ਦੈਨ ਸਾਨੂੰ ਪਤਾ ਲੱਗਿਆ ਵੀ ਨਹੀਂ, ਇਹ ਤੋਂ ਪਹਿਲਾਂ ਵੀ ਇੱਥੇ ਚੀਜ਼ ਕੋਈ ਲਾਈ ਕਰਦੀ ਸੀ ਔਰ ਉਹਨੂੰ ਕਿਹਾ ਗਿਆ ਇੰਡਸ ਵੈਲੀ ਸਿਵਲਾਈਜੇਸ਼ਨ। ਤਾਂ ਇਹ ਤਾਂ ਹੋ ਗਿਆ ਇਹਦੀ ਗੱਲ। ਹੁਣ ਇਹਦੇ ਬਾਰੇ ਕੁਝ ਕੁ ਫੈਕਟ ਨੇ, ਪਹਿਲਾਂ ਆਪਾਂ ਕੁਐਸਚਨ ਡਿਸਕਸ ਕਰ ਲੈਂਦੇ ਹਾਂ ਜਿਹੜਾ ਆਪਾਂ ਸਾਹਮਣੇ ਰੱਖਿਆ, ਦੈਨ ਇਸ ਤੋਂ ਬਾਅਦ ਕੁਝ ਫੈਕਟ ਆਪਾਂ ਇੱਥੇ ਸਲਾਈਡ ਦੇ ਵਿੱਚ ਵੀ ਨੇ, ਬਟ ਉਸ ਤੋਂ ਬਿਨਾਂ ਕੁਝ ਮੈਂ ਤੁਹਾਨੂੰ ਆਪਣੀ ਜ਼ੁਬਾਨੀ ਦੱਸਾਂਗਾ ਅਤੇ ਫਿਰ ਤੁਹਾਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਕਲੀਅਰ ਪ੍ਰੋਪਰ ਹੋ ਜਾਊਗਾ। ਤਾਂ ਦੇਖੋ, ਇੰਡਸ ਵੈਲੀ ਸਿਵਲਾਈਜੇਸ਼ਨ ਵਾਜ਼ ਨੌਨ ਆਰੀਅਨ ਬਿਕੋਜ਼। ਹੁਣ ਦੇਖੋ, ਨੌਨ ਆਰੀਅਨ ਇਹਨੂੰ ਕਿਉਂ ਕਿਹਾ ਗਿਆ? ਵੀ ਮਤਲਬ ਆਰੀਅਨ ਦੇ ਨਾਲੋਂ ਕਹਿਣ ਤੋਂ ਭਾਵ ਇਹ ਕਿਵੇਂ ਵੱਖ ਸੀਗੀ। ਤਾਂ ਇਹਦੇ 'ਚੋਂ ਆਪਾਂ ਇਹ ਦੱਸਣਾ ਵੀ ਕਿਉਂਕਿ it extend up to Narmada Valley, it is script, it has an agriculture economy, it was an urban civilization। ਦੇਖੋ ਬੱਚੇ, ਇਹਨਾਂ ਦੇ ਵਿੱਚ ਮੇਨ ਡਿਫਰੈਂਸ ਇਹ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਔਰ ਆਰੀਅਨ ਸਿਵਲਾਈਜੇਸ਼ਨ। ਜਿਹੜੇ ਆਰੀਅਨ ਸੀ ਉਹ ਪ੍ਰੋਪਰ ਪੇਂਡੂ ਸੀ, ਪਰ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਇਹ ਆਪਣੀ ਫਸਟ ਔਰ ਐਂਸ਼ੀਐਂਟ ਅਰਬਨ ਸਿਵਲਾਈਜੇਸ਼ਨ ਸੀਗੀ। ਤਾਂ ਕਰਕੇ ਇਟ ਇਜ਼ ਅਰਬਨ ਸਿਵਲਾਈਜੇਸ਼ਨ। ਇਹਦਾ ਕਰੈਕਟ ਆਪਸ਼ਨ ਕੀ ਆ? ਆਨਸਰ ਬਣੂਗਾ ਇਹਦਾ D। ਤਾਂ ਹੋਰ ਇਹਨਾਂ ਦੇ ਵਿੱਚ ਜਿਹੜੇ ਮੋਟੇ ਤੌਰ 'ਤੇ ਡਿਫਰੈਂਸ ਦੇਖੇ ਜਾ ਸਕਦੇ ਆ, ਇੱਕ ਇਹਨਾਂ ਦੀ ਪੋਟਰੀ ਸੀ ਜਿਹੜੀ ਮਤਲਬ ਕਿ ਬਰਤਨ ਵਗੈਰਾ, ਮਟਕੇ, ਉਹਨਾਂ ਦੇ ਉੱਤੇ ਇਹਨਾਂ ਦੀ ਪੋਟਰੀ ਰੈੱਡ ਦੇ ਉੱਤੇ ਬਲੈਕ ਫਿਗਰ ਬਣੀਆਂ ਹੁੰਦੀਆਂ ਸੀ, ਪਰ ਜਿਹੜੇ ਆਰੀਅਨ ਸੀ ਉਹ ਗ੍ਰੇ ਦੇ ਨਾਲ ਕਰਦੇ ਆ। ਬਾਕੀ ਇੰਡਸ ਵਾਲੇ ਇਹਨਾਂ ਨੂੰ ਆਇਰਨ ਦੇ ਬਾਰੇ ਨਹੀਂ ਪਤਾ ਸੀ, ਜਦ ਕਿ ਆਰੀਅਨ ਲੋਕ ਸੀ ਉਹਨਾਂ ਨੇ ਆਇਰਨ ਦੇ ਆਪਣੇ ਹਥਿਆਰ ਸੀ ਜਿਹੜੇ ਉਹ ਬਣਾ ਲਏ ਸੀ। ਓਕੇ, ਤਾਂ ਇਹ 1920-21 ਦੇ ਵਿੱਚ ਫਾਊਂਡ ਕੀਤੀ ਗਈ ਆ ਔਰ 3000 ਸੀਲਸ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਸੀਲਾਂ ਮਿਲੀਆਂ ਨੇ। ਤਾਂ ਸੀਲਾਂ ਹੁੰਦੀਆਂ ਨੇ ਜਿਵੇਂ ਸਿੱਕਿਆਂ ਦੇ ਉੱਤੇ ਕੋਈ ਸਟੈਂਪ ਲੱਗੀ ਹੁੰਦੀ ਆ, ਤਾਂ ਉਹ ਚੀਜ਼ਾਂ ਨੂੰ ਕਿਹਾ ਜਾਂਦਾ ਸੀਲਸ। ਤਾਂ ਇੱਥੇ ਇੰਨੀਆਂ ਸਾਨੂੰ ਉੱਥੋਂ ਪ੍ਰਾਪਤ ਹੋਈਆਂ ਸੀ। ਤਾਂ ਹੁਣ ਦੇਖੋ, ਇਹਨਾਂ ਦੇ ਬਾਰੇ ਆਪਾਂ ਇੱਕ ਬੇਸਿਕ ਫੈਕਟ ਦੀ ਗੱਲ ਕਰੀਏ। ਦੇਖੋ ਆ ਬੱਚੇ, ਆਪਾਂ ਵਾਈਟ ਸਕਰੀਨ ਹੀ ਲੈ ਲੈਂਦੇ ਹਾਂ। ਮੈਂ ਤੁਹਾਨੂੰ ਇਹ ਕੁਐਸਚਨ 'ਤੇ ਨਾ ਜਾਇਓ, ਕੁਐਸਚਨ ਤੁਹਾਨੂੰ ਮੈਂ ਬਾਅਦ ਦੇ ਵਿੱਚ ਡਿਸਕਸ ਕਰਦਾ ਤੁਹਾਡੇ ਨਾਲ। ਤਾਂ ਦੇਖੋ, ਜਦੋਂ ਤੱਕ ਸਾਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਨਹੀਂ ਪਤਾ ਸੀ ਉਦੋਂ ਤੱਕ ਅਸੀਂ ਮੰਨਦੇ ਸੀ ਵੀ ਵੈਦਿਕ ਸੱਭਿਅਤਾ ਹੀ ਵੈਦਿਕ ਸਿਵਲਾਈਜੇਸ਼ਨ ਸਭ ਤੋਂ ਪੁਰਾਣੀ ਆ। ਤਾਂ ਹੁਣ ਪਹਿਲਾਂ ਆਪਾਂ ਦੇਖਦੇ ਹਾਂ ਸਿੰਧੂ ਘਾਟੀ ਦੀ ਸੱਭਿਅਤਾ, ਇਹਨੂੰ ਆਪਾਂ ਇੰਗਲਿਸ਼ ਕਹਿ ਦਿੰਦੇ ਹਾਂ ਇੰਡਸ ਵੈਲੀ ਸਿਵਲਾਈਜੇਸ਼ਨ। ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ, ਤਾਂ ਇਹਦਾ ਟਾਈਮ ਪੀਰੀਅਡ ਤਕਰੀਬਨ 2500 ਇਹ BC 'ਚ ਆ। ਇਹ ਧਿਆਨ ਰੱਖਣਾ ਕਿਉਂਕਿ ਵੈਸੇ ਤਾਂ ਆਪਣਾ ਆਇਆ ਹੀ ਨਹੀਂ ਹਜੇ। ਤਾਂ 1750 ਤੱਕ ਕਹਿੰਦੇ ਆ। ਕਾਰਬਨ 40 ਡੇਟਿੰਗ ਮੈਥਡ ਦੇ ਨਾਲ ਇਹ ਚੀਜ਼
ਨਾਲੇ ਤਾਂ ਇਹ ਹੈ ਸਭ ਤੋਂ ਪੁਰਾਣੀ ਅਰਬਨ ਸਿਵਲਾਈਜੇਸ਼ਨ ਆ, ਠੀਕ ਆ। ਇਹ ਨਹੀਂ ਹੈਗਾ ਵੀ ਜਦੋਂ ਆਪਾਂ ਕਹਿੰਦੇ ਆ ਵੀ ਇਹ ਜਿਹਨੇ ਲੱਭਿਆ ਸੀਗਾ ਜਿਵੇਂ ਕਿ ਜੌਨ ਮਾਰਸ਼ਲ ਆ, ਦਇਆਰਾਮ ਸਾਹਨੀ, R.D. ਬੈਨਰਜੀ, ਵੀ ਉਹਨਾਂ ਤੋਂ ਬਿਨਾਂ ਇਹਦੇ ਬਾਰੇ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ। ਇਹਦੇ ਪਿੱਛੇ ਵੀ ਕਾफ़ੀ ਚੀਜ਼ਾਂ ਨੇ, ਪਰ ਉਹਨਾਂ ਦੇ ਵਿੱਚ ਆਪਾਂ ਸਾਰਾ ਬਾਹਲਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਉਹਦੇ 'ਚੋਂ ਦੇਖੋ ਕੁਛ ਇੱਕ ਬੰਦਾ ਸੀਗਾ ਟਿਲੋ ਪੈਂਥਰ ਨਾਮ ਦਾ, ਉਹਨੇ ਵੀ ਕੁਝ ਕੁ ਰਿਸਰਚ ਕੀਤੀ ਸੀ, ਬਟ ਮਤਲਬ ਪ੍ਰੋਪਰ ਸਫਲ ਨਹੀਂ ਹੋ ਸਕਿਆ। ਤਾਂ ਉਸ ਤੋਂ ਬਾਅਦ ਜਦੋਂ ਡਲਹੌਜੀ ਨੇ ਆਪਾਂ ਕਿਹਾ ਵੀ 1853 ਦੇ ਵਿੱਚ ਰੇਲ ਵਸਾਈ ਸੀ, ਠੀਕ ਆ, ਬਲੈਕ ਬਿਊਟੀ ਨਾਂ ਦੀ ਜਿਹੜੀ ਪਹਿਲੀ ਆਪਣੇ ਚਲਾਈ ਗਈ ਸੀ ਟ੍ਰੇਨ, ਤਾਂ ਉਹਦਾ 34 ਕਿਲੋਮੀਟਰ ਦਾ ਟਰੈਕ ਸੀਗਾ, ਬੰਬੇ ਤੋਂ ਥਾਣੇ ਤੱਕ ਚੱਲੀ ਆ, ਪੈਸੰਜਰ ਟ੍ਰੇਨ ਸੀ ਉਹ, ਬਲੈਕ ਬਿਊਟੀ ਉਹਦਾ ਨਾਮ ਸੀ, ਚਲਵਾਉਣ ਵਾਲਾ ਬੰਦਾ ਸੀ ਲਾਰਡ ਡਲਹੌਜੀ। ਤਾਂ ਜਦੋਂ ਉਹਦਾ ਸਟਰੈਚ ਕੀਤਾ ਜਾ ਰਿਹਾ ਸੀ, ਠੀਕ ਆ, ਤਾਂ ਰਸਤੇ ਦੇ ਵਿੱਚ ਇਹਨਾਂ ਨੂੰ ਅਵਸ਼ੇਸ਼ ਮਿਲੇ। ਜਦੋਂ ਮਿਲੇ ਫਿਰ ਉਦੋਂ 56 ਦੇ ਵਿੱਚ ਇਦੋਂ ਬਾਅਦ ਕਨਿੰਗਮ ਆ ਗਿਆ, ਡਲਹੌਜੀ ਤੋਂ ਬਾਅਦ ਕਨਿੰਗਮ ਆ ਗਿਆ। ਤਾਂ ਇਹਨੂੰ ਫਾਦਰ ਕਿਹਾ ਜਾਂਦਾ ਪੁਰਾਤੱਤਵ ਵਿਭਾਗ ਦਾ। ਤਾਂ ਇਹਨੇ ਡਲਹੌਜੀ ਨੂੰ ਕਿਹਾ ਵੀ ਰਿਸਰਚ ਸਾਨੂੰ ਇਹਦੇ 'ਤੇ ਕਰਨੀ ਚਾਹੀਦੀ ਆ। ਡਲਹੌਜੀ ਕਹਿੰਦਾ ਵੀ ਨਹੀਂ, ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਫਿਰ ਡਲਹੌਜੀ ਚਲਾ ਗਿਆ। ਫਿਰ ਕੈਨਿੰਗ ਆਇਆ, ਕੈਨਿੰਗ ਨੇ ਵੀ ਕੋਈ ਖਾਸ ਚੀਜ਼ਾਂ ਦੇ ਵਿੱਚ ਨਹੀਂ ਕੀਤਾ। ਫਿਰ ਇਸ ਤੋਂ ਬਾਅਦ ਜਿਹੜਾ ਲਾਰਡ ਕੈਨਿੰਗ ਸੀ ਉਹਨੇ ਕਿਹਾ ਵੀ ਚਲੋ ਮੈਂ ਤਾਂ ਐਡਾ ਨਹੀਂ ਮਤਲਬ ਕਿ ਇਹ 'ਚ ਰੁਚੀ ਨਹੀਂ ਰੱਖਦਾ, ਪਰ ਉਹਨੇ ਕਿਹਾ ਵੀ ਆਪਾਂ ਕਿਉਂ ਨਾ ਇੱਕ ਮਿਊਜ਼ੀਅਮ ਬਣਵਾ ਦਿੰਦੇ ਹਾਂ ਅਤੇ ਉੱਥੇ ਚੀਜ਼ਾਂ ਰੱਖਾਂਗੇ। ਜੇ ਕੋਈ ਚੀਜ਼ ਬਾਹਲੀ ਇੰਪੋਰਟੈਂਟ ਆ ਦੈਨ ਉਹਨੂੰ ਆਪਾਂ ਲੰਡਨ ਭੇਜ ਦਾਂਗੇ, ਨਹੀਂ ਫਿਰ ਇੱਥੇ ਪਈ ਰਹੂਗੀ ਲੋਕਾਂ ਦੇ ਲਈ, ਠੀਕ ਆ। ਤਾਂ ਇਹਨੇ ਇੱਕ ਮਿਊਜ਼ੀਅਮ ਬਣਵਾਤਾ ਜਿਹਨੂੰ ਕਹਿੰਦੇ ਇੰਡੀਅਨ ਮਿਊਜ਼ੀਅਮ। ਇਹ ਕਲਕੱਤੇ ਆ, ਔਰ ਆਪਣੇ ਭਾਰਤ ਦਾ ਸਭ ਤੋਂ ਵੱਡਾ ਮਿਊਜ਼ੀਅਮ ਵੀ ਇੰਡੀਅਨ ਮਿਊਜ਼ੀਅਮ ਕਲਕੱਤੇ ਵਾਲਾ। ਦੂਸਰਾ ਆਪਣੇ ਦਿੱਲੀ ਆ, ਅਤੇ ਉਹ ਨੈਸ਼ਨਲ ਮਤਲਬ ਦਿੱਲੀ ਨੈਸ਼ਨਲ ਦੇ ਵਿੱਚ ਉੱਥੇ ਆ, ਓਕੇ। ਤਾਂ ਪਹਿਲਾ ਇੰਡੀਅਨ ਮਿਊਜ਼ੀਅਮ ਆਪਣਾ ਕਿੱਥੇ ਆ? ਕਲਕੱਤੇ, ਜਿਹੜਾ ਸਭ ਤੋਂ ਵੱਡਾ, ਔਰ ਉਹ ਕਿਹਨੇ ਬਣਵਾਇਆ ਸੀ? ਲਾਰਡ ਕੈਨਿੰਗ ਨੇ ਬਣਵਾਇਆ ਸੀ। ਬਾਕੀ ਜਦੋਂ ਕਰਜ਼ਨ ਆਉਂਦਾ 1899 ਤੋਂ 1905, ਲਾਰਡ ਕਰਜ਼ਨ ਦਾ 1905 ਦੇ ਵਿੱਚ ਬੰਗਾਲ ਵੰਡ ਹੋਈ ਸੀ, ਔਰ ਸਭ ਤੋਂ ਬਦਨਾਮ ਵੀ ਲਾਰਡ ਕਰਜ਼ਨ ਰਿਹਾ ਸੀ। ਤਾਂ ਇਹ ਆਇਆ, ਤਾਂ ਕੁਛ ਜਗ੍ਹਾ 'ਤੇ ਇਹ ਵੀ ਸਾਨੂੰ ਜਾਣਕਾਰੀ ਮਿਲਦੀ ਆ ਵੀ ਇਹ ਖੁਦ ਆਰਕੀਓਲੋਜਿਸਟ ਸੀਗਾ ਬੰਦਾ। ਤਾਂ ਇਹਨੇ ਕਾਫੀ ਇੰਟਰਸਟ ਚੀਜ਼ਾਂ ਦੇ ਵਿੱਚ ਲਿਆ। ਲਾਰਡ ਕਰਜ਼ਨ ਨੇ 1899 ਤੋਂ ਲੈ ਕੇ 1905 ਤੱਕ ਇਹਦਾ ਟਾਈਮ ਪੀਰੀਅਡ ਸੀਗਾ ਜਿਹੜਾ, ਅਤੇ ਉਹ ਆਇਆ। ਤਾਂ 1905 ਦੇ ਵਿੱਚ ਇਹਨੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇੱਕ ਬੋਰਡ ਬਣਾਇਆ, ਠੀਕ ਆ। ਤਾਂ ਤੁਸੀਂ ਯਾਦ ਰੱਖਣਾ ਕਰਜ਼ਨ, ਇਹਦਾ ਪੀਰੀਅਡ 99 ਤੋਂ ਲੈ ਕੇ 1905 ਤੱਕ ਆ, ਓਕੇ। ਇਹਨੇ ਕੀ ਕੀਤਾ 1905 ਦੇ ਵਿੱਚ ASI ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹਦਾ ਬੋਰਡ ਬਣਾਤਾ। ਤਾਂ ਇਹਦਾ ਚੇਅਰਮੈਨ ਬਣਾਇਆ ਗਿਆ ਜੌਹਨ ਮਾਰਸ਼ਲ ਨੂੰ, ਠੀਕ ਆ। ਆ ਹੁਣ ਤੁਹਾਡੇ ਵਾਲੀ ਕਹਾਣੀ ਤੁਹਾਨੂੰ ਸਮਝ ਲੱਗਣ ਲੱਗ ਜੂਗੀ। ਤਾਂ 1906 ਦੇ ਵਿੱਚ ਇਹਦਾ ਜਿਹੜਾ ਬੋਰਡ ਬਣਾਇਆ ਇਹਨੇ ASI ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਇਹਦਾ ਚੇਅਰਮੈਨ ਕਿਹਨੂੰ ਬਣਾਤਾ? ਜੌਹਨ ਮਾਰਸ਼ਲ ਨੂੰ ਬਣਾਤਾ। ਤਾਂ ਇਹਨੇ ਕਿਹਾ ਵੀ ਆਪਾਂ ਹੁਣ ਖੋਜ ਕਰਨੀ ਆ। ਦੈਨ ਇਹਨੇ ਕੀ ਅਪਰੋਚ ਬਣਾਈ? ਤਾਂ ਇਹਨੇ ਕਿਹਾ ਵੀ ਆਪਾਂ 2 ਟੀਮਾਂ ਬਣਾਉਂਦੇ ਆ। ਇਹਨੇ 2 ਟੀਮਾਂ ਬਣਾਈਆਂ। ਇੱਕ ਮਿੰਟ ਬੱਚੇ, ਆਪਾਂ ਵਾਈਟ ਸਕਰੀਨ ਲੈ ਲਈਏ। ਚਲੋ ਐਵੇਂ ਆਪਾਂ ਤਾਂ ਕਰਕੇ ਐਡ ਕਰ ਰਹੇ ਹਾਂ ਕਿਉਂਕਿ ਨਹੀਂ ਫਿਰ ਜਦੋਂ ਆਪਾਂ ਸਲਾਈਡ ਇੱਧਰ ਉੱਧਰ ਕਰਦੇ ਹਾਂ ਨਾ, ਤਾਂ ਦੂਸਰੀ ਸ਼ਾਰਟਕਟ ਵਾਲੀ 'ਚ ਉਹ ਚੀਜ਼ ਦੁਬਾਰਾ ਨਹੀਂ ਆਉਂਦੀ ਹੈਗੀ। ਤਾਂ ਹੁਣ ਦੇਖੋ ਇਹਦੇ 'ਚ ਆਪਾਂ ਗੱਲ ਕਰੀ ਵੀ ਲਾਰਡ ਕਰਜ਼ਨ ਆਇਆ, ਲਾਰਡ ਕਰਜ਼ਨ, ਇਹਦਾ ਟਾਈਮ ਪੀਰੀਅਡ 99 ਤੋਂ ਲੈ ਕੇ 1905 ਤੱਕ ਰਿਹਾ। ਦੈਨ ਇਹਨੇ ਕੀ ਕਰਿਆ? ਇਹਨੇ ਸਥਾਪਨਾ ਕੀਤੀ 1905 ਦੇ ਵਿੱਚ ASI ਜਾਣੀ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਔਰ ਇਹਦਾ ਇਹਨੇ ਚੇਅਰਮੈਨ ਬਣਾਇਆ ਜੌਹਨ ਮਾਰਸ਼ਲ ਨੂੰ। ਤਾਂ ਜੌਹਨ ਮਾਰਸ਼ਲ ਨੇ ਕੀ ਕੀਤਾ? 2 ਟੀਮਾਂ ਬਣਾਈਆਂ, ਠੀਕ ਆ। ਤਾਂ ਇਹਨੇ 2 ਟੀਮਾਂ ਬਣਾਈਆਂ। ਇੱਕ ਤਾਂ ਬਣਾਈ ਟੀਮ ਦਇਆਰਾਮ ਸਾਨੀ ਦੀ, ਔਰ ਸੈਕੰਡ ਟੀਮ ਬਣਾਈ R.D. ਬੈਨਰਜੀ ਦੀ। ਇੱਥੋਂ ਤੱਕ ਤਾਂ ਕਲੀਅਰ ਹੋ ਗਿਆ ਤੁਹਾਨੂੰ ਵੀ ਇਹਨੇ 2 ਟੀਮਾਂ ਬਣਾਈਆਂ, ਇੱਕ ਦਇਆਰਾਮ ਸਾਨੀ ਦੀ, ਦੂਸਰੀ ਇਹਨੇ ਬਣਾਈ R.D. ਬੈਨਰਜੀ ਦੀ। ਹੁਣ ਜਿਹੜਾ ਦਇਆਰਾਮ ਸਾਨੀ ਆ ਇਹਨੂੰ ਲਾਹੌਰ ਦੇ ਮਾਂਟਗੋਮਰੀ, ਇਹਨੂੰ ਲਾਹੌਰ ਦੇ ਮਾਂਟਗੋਮਰੀ ਜ਼ਿਲ੍ਹੇ 'ਚੋਂ ਕਿਹੜੀ ਨਦੀ ਦੇ ਕਿਨਾਰੇ 'ਤੇ? ਰਾਵੀ
ਨਦੀ ਦੇ ਕਿਨਾਰੇ ਤੇ ਇੱਕ ਪੂਰਾ ਸ਼ਹਿਰ ਮਿਲਿਆ ਤਾਂ ਨਾਮ ਦੱਸਿਆ ਇਹਨੇ 1921 ਦੇ ਵਿੱਚ ਹੜੱਪਾ। ਆ ਤਾਂ ਦਇਆ ਰਾਮ ਸਾਹਨੀ ਦੇ ਬਾਰੇ ਫੈਕਟ ਯਾਦ ਰੱਖਣਾ ਤੁਸੀਂ। ਔਰ ਇਸ ਤੋਂ ਬਾਅਦ ਜਿਹੜਾ ਸੀਗਾ ਆਰ ਡੀ ਬੈਨਰਜੀ, ਹੁਣ ਆਪਾਂ ਆਰ ਡੀ ਬੈਨਰਜੀ ਦੇ ਬਾਰੇ ਗੱਲ ਕਰੀਏ। ਆਰ ਡੀ ਬੈਨਰਜੀ ਨੇ 1922 ਦੇ ਵਿੱਚ, ਮਤਲਬ ਪਹਿਲਾਂ ਸਾਹਨੀ ਨੇ ਸਾਹਸ ਦਿਖਾਇਆ, ਯਾਦ ਰੱਖਣ ਲਈ ਤੁਹਾਨੂੰ ਯਾਦ ਆ ਜਾਊਗਾ ਵੀ ਕਿਹਨੇ ਪਹਿਲਾਂ ਕੀ ਲੱਭਿਆ, ਤਾਂ ਸਾਹਨੀ ਨੇ ਸਾਹਸ ਦਿਖਾਇਆ। ਸਾਹਨੀ ਸਾਹਸ ਇੱਕੋ ਜਿੱਕੋ ਜੁੜਦਾ ਵੀ ਆ। ਤਾਂ 1921 ਦੇ ਵਿੱਚ ਉਹਨੇ ਪਹਿਲਾਂ ਹੜੱਪਾ, ਅਤੇ 1922 ਦੇ ਵਿੱਚ ਫਿਰ ਕਰਾਚੀ ਦੇ ਕੋਲ ਸਿੰਧੂ ਨਦੀ, ਕਿਹਦੇ ਕੋਲੇ? ਕਰਾਚੀ ਨਦੀ ਕਿਹੜੀ ਹੈ ਇੱਥੇ? ਇੰਡਸ, ਜਾਂ ਫਿਰ ਪੰਜਾਬੀ ਦੇ ਵਿੱਚ ਹੀ ਲਿਖਦੇ ਆਪਾਂ ਸਿੰਧੂ ਨਦੀ, ਠੀਕ ਆ। ਇੱਥੇ ਮਤਲਬ ਕਿ ਇੱਕ ਮ੍ਰਿਤਕਾਂ ਦਾ ਟਿੱਬਾ ਲੱਭਿਆ, ਮਤਲਬ ਮਰੇ ਹੋਇਆਂ ਦਾ ਟਿੱਬਾ। ਤਾਂ ਇਹਨੂੰ ਕਿਹਾ ਮੋਹਨ ਜੁਦਾਰੋ, ਕਈ ਜੁਦਾਰੋ ਕਹਿ ਦਿੰਦੇ ਆ, ਜੁਦਾੜੋ, ਮੋਹਨ ਜੁਦਾੜੋ। ਤਾਂ ਇਹਦੀ ਖੋਜ ਹੋਈ 1922 ਦੇ ਵਿੱਚ। ਤਾਂ ਆ ਤਾਂ ਹੁਣ ਤੁਹਾਨੂੰ ਦੋਨੇ ਚੀਜ਼ਾਂ ਕਲੀਅਰ ਹੋ ਗਈਆਂ, ਹੜੱਪਾ ਐਂਡ ਮੋਹਨ ਜੁਦਾੜੋ, ਠੀਕ ਆ। ਚੇਅਰਮੈਨ ਜੌਹਨ ਮਾਰਸ਼ਲ, ਇਹ ਤਾਂ 1906 ਦੇ ਵਿੱਚ ਹੀ ਬਣ ਗਿਆ ਸੀ, ਪੁਆਇੰਟ ਹੋ ਗਿਆ ਸੀ ਬੰਦਾ। ਫਿਰ ਇਸ ਤੋਂ ਬਾਅਦ ਇਹਨੇ ਦੋ ਬਣਾਏ, ਦਇਆ ਰਾਮ ਸਾਹਨੀ, ਆਰ ਡੀ ਬੈਨਰਜੀ। ਆਰ ਡੀ ਬੈਨਰਜੀ ਨੇ 1922 ਦੇ ਵਿੱਚ ਕਰਾਚੀ ਅਤੇ ਮਰੇ ਹੋਏ ਮ੍ਰਿਤਕਾਂ ਦਾ ਟਿੱਲਾ ਲੱਭਿਆ ਮੋਹਨ ਜੁਦਾਰੋ ਸਿੰਧੂ ਨਦੀ ਕੋਲੇ। ਔਰ ਇਸ ਤੋਂ ਬਾਅਦ ਦਇਆ ਰਾਮ ਸਾਹਨੀ ਜਿਹੜੇ ਨੇ ਪਹਿਲਾਂ ਲੱਭ ਲਿਆ ਸੀ ਲਾਹੌਰ ਦੇ ਮਾਂਠਗੋਮੜੀ ਦੇ ਵਿੱਚ ਰਾਵੀ ਨਦੀ, ਅਤੇ 1921 ਦੇ ਵਿੱਚ ਹੜੱਪਾ ਲੱਭ ਲਿਆ ਸੀ। ਬੱਚੇ ਹੁਣ ਦੇਖੋ ਤੁਸੀਂ ਇਹਦਾ ਸਕਰੀਨਸ਼ਾਟ ਕਰਨਾ, ਸਕਰੀਨਸ਼ਾਟ ਕਰ ਲਓ, ਜਿਹੜਿਆਂ ਨੇ ਨੋਟ ਕਰਨਾ ਨੋਟ ਵੀ ਕਰ ਸਕਦੇ ਹੋ। ਜਦੋਂ ਫਿਰ ਇਹਨਾਂ ਨੂੰ ਕਾਫੀ ਦੋਨਾਂ ਨੂੰ ਮਿਲਾਇਆ ਗਿਆ, ਜਦੋਂ ਫਿਰ ਇਹਨਾਂ ਨੇ ਆਪਦੀ ਰਿਪੋਰਟ ਪੇਸ਼ ਕੀਤੀ, ਦੋਨਾਂ ਨੂੰ ਆਪਸ ਦੇ ਵਿੱਚ ਮਿਲਾਇਆ ਗਿਆ, ਕਾਫੀ ਸਿਮਿਲੈਰਿਟੀ ਮਿਲੀਆਂ ਇਹਨਾਂ ਨੂੰ। ਤਾਂ ਕਰਕੇ ਇਹਨਾਂ ਦੀ ਮੁੱਖ ਨਦੀ ਦੋਨਾਂ ਦੇ ਵਿਚਾਲ ਦੇ ਇੱਕ ਨੇੜੇ ਤੇੜੇ ਪੈਂਦੀ ਸੀ, ਇੰਡਸ ਵੈਲੀ, ਯਾਨੀ ਕਿ ਸਿੰਧੂ ਨਦੀ। ਤਾਂ ਉਹਦੀ ਘਾਟੀ ਦੇ ਕਰਕੇ ਨਾਮ ਇਹਦਾ ਰੱਖਦਾ ਇੰਡਸ ਵੈਲੀ ਸਿਵਲਾਈਜੇਸ਼ਨ। ਓਕੇ, ਫਿਰ ਇਹ ਤੋਂ ਬਾਅਦ ਹੌਲੀ ਹੌਲੀ ਇਹਨਾਂ ਦਾ ਉੱਪਰ ਨੀਚੇ ਇੱਧਰ ਉੱਧਰ ਮਤਲਬ ਕਿ ਕਾਫੀ ਖੋਜ ਕੀਤੀ ਗਈ। ਤਾਂ ਫਿਰ ਇਸ ਤੋਂ ਬਾਅਦ ਇਹਨੂੰ ਹੋਰ ਘਾਟੀਆਂ ਮਿਲੀਆਂ, ਤਾਂ ਇਹਦੇ ਨਾਮ ਮਿਲਾਏ ਗਏ, ਹੜੱਪਾ ਸੱਭਿਅਤਾ ਬਦਲ ਕੇ ਫਿਰ ਇਹਦਾ ਨਾਮ ਰੱਖਤਾ। ਓਕੇ, ਜੇ ਹੁਣ ਆਪਾਂ ਗੱਲ ਕਰੀਏ ਇਹਦੀ, ਬੱਚੇ ਆ ਤੁਸੀਂ ਨੋਟ ਕਰ ਲਿਆ ਹੋਊਗਾ। ਅਗਲਾ ਦੇਖੋ, ਵੈਸੇ ਇਹ ਇੱਕ ਟਰਾਇੰਗਲ ਦੀ ਸ਼ੇਪ ਦੇ ਵਿੱਚ ਸੀਗਾ ਇਹ, ਠੀਕ ਆ। ਤਾਂ ਇਹ ਟਰਾਇੰਗਲ ਦੀ ਸ਼ੇਪ ਦੇ ਵਿੱਚ ਆ। ਜਿਹੜਾ ਜਿਵੇਂ ਇਹਦਾ ਨਾਰਥ ਸੀਗਾ, ਨਾਰਥ ਦੇ ਵਿੱਚ ਸੀਗਾ ਮੁੰਜਾ, ਝਨਾਬ ਦੇ ਕਿਨਾਰੇ ਝਾਰਖੰਡ ਦੇ ਵਿੱਚ। ਔਰ ਜੇ ਆਪਾਂ ਦੇਖੀਏ ਇਹਦੀ ਈਸਟ ਵਾਲੀ ਸਾਈਡ 'ਤੇ, ਇਹਦਾ ਸੀ ਆਲਮਗੀਰਪੁਰ ਯੂਪੀ, ਔਰ ਇਹ ਸੀਗਾ ਹਿੰਡਨ ਨਦੀ। ਐਂਡ ਜਮਾ ਇਹਦਾ ਸਾਊਥ ਦਾ ਜਿਹੜਾ ਪੁਆਇੰਟ ਸੀ, ਸਾਊਥ ਦਾ ਪੁਆਇੰਟ ਸੀਗਾ ਦੈਮਾਬਾਦ, ਮਹਾਰਾਸ਼ਟਰਾ। ਐਂਡ ਨਦੀ ਇੱਥੇ ਆ ਗੋਦਾਵਰੀ। ਔਰ ਜਿਹੜਾ ਜਮਾ ਵੈਸਟ ਵਾਲੀ ਸਾਈਡ 'ਤੇ ਸੀਗਾ, ਉਹਦਾ ਨਾਮ ਦਸਕ ਨਦੀ 'ਤੇ ਸੀ। ਉਹ ਤੁਸੀਂ ਦੱਸਣਾ ਵੀ ਇੱਧਰ ਪਾਸੇ ਇਹਨਾਂ ਦੀ ਜਿਹੜੀ ਲੋਕੇਸ਼ਨ ਸੀਗੀ, ਪੁਆਇੰਟ ਸੀ ਇੱਥੇ, ਕਿਹੜਾ ਫਾਊਂਡ। ਓਕੇ, ਤਾਂ ਹੁਣ ਦੇਖੋ, ਹੁਣ ਇਹਨਾਂ ਦੇ ਵਿੱਚ ਜਿਹੜੇ ਇੰਪੋਰਟੈਂਟ ਆਪਾਂ ਡਿਫਰੈਂਸ ਦੀ ਗੱਲ ਕਰੀਏ, ਹੜੱਪਾ ਦੇ ਬਾਰੇ ਆਪਾਂ ਦੇਖ ਲੈਂਦੇ ਹਾਂ ਕੁਝ ਕੁ ਪੁਆਇੰਟ। ਹੜੱਪਾ ਇਹ 1900 ਨਾਲ ਹੀ ਤੁਸੀਂ ਫੈਕਟ ਆਈ ਵਾਰੀ ਪੜ੍ਹਿਆ ਕਰੋ। 1921 ਦੇ ਵਿੱਚ ਸਾਹਨੀ ਨੇ ਸਾਹਸ ਦਿਖਾਇਆ। ਓਕੇ, ਤਾਂ ਫਿਰ ਇਹ ਫੈਕਟ ਨਾ ਰਟ ਜਾਂਦੇ ਆ। ਤਾਂ ਇੱਥੋਂ ਇੱਕ ਬਿਲਡਿੰਗ ਮਿਲੀ ਸੀ A12। ਤਾਂ ਇਹ ਕੀ ਸੀਗਾ, ਮਤਲਬ ਕਿ ਅਨਾਜ ਘਰ ਕਹਿ ਲਓ ਤੁਸੀਂ, ਗ੍ਰੇਨ ਯਾਰਡ ਸੀਗਾ, ਅਨਾਜ ਘਰ ਸੀ। ਇਹਦੇ 'ਚ ਇੱਕ ਪਾਸੇ ਰੂਮ ਸੀਗੇ, 12 ਕਮਰੇ। ਤਾਂ ਇੱਥੇ ਹੀ ਇਹਨਾਂ ਦੇ ਮਤਲਬ ਪਤਾ ਲੱਗ ਗਿਆ ਵੀ ਮੇਨ ਕ੍ਰੌਪ ਇਹਨਾਂ ਦੀ ਬੀਟ ਐਂਡ ਵਾਰਲੇ ਸੀਗਾ। ਇਹਨੂੰ ਤੁਸੀਂ ਨੋਟ ਕਰ ਲਓ। ਬਾਕੀ ਹੋਰ ਇਹਨਾਂ ਦੇ ਵਿੱਚੋਂ ਕੀ ਮਿਲਿਆ, ਇੱਕ ਮਿਲਿਆ R37। ਇਹ ਬੜਾ ਇੰਪੋਰਟੈਂਟ ਆ, ਇਹਦੇ ਬਾਰੇ ਬਹੁਤ ਕੁਐਸਚਨ ਬਣੇ ਆ। R37 ਜਾਂ ਫਿਰ R37। ਤਾਂ ਇਹਦੇ 'ਚ ਕੀ ਸੀ, ਇਹ ਇਹਨਾਂ ਦਾ ਕਬਰਸਤਾਨ ਆ, ਕਬਰਸਤਾਨ ਸੀਗਾ। ਤਾਂ ਇਹਦੇ 'ਚੋਂ ਜਦੋਂ ਇੱਥੋਂ ਲੱਭੇ ਸੀਗੇ ਤਾਂ 37 ਕੰਕਾਲ ਮਿਲੇ ਸੀਗੇ, ਪਰ 37 ਕੰਕਾਲਾਂ ਦੇ ਵਿੱਚੋਂ 20 ਹੋ ਗਏ ਬਿਲਕੁਲ ਖ਼ਤਮ, ਉਹਨਾਂ ਦਾ ਤਾਂ ਕੁਛ ਪਤਾ ਹੀ ਨਹੀਂ ਲੱਗਿਆ। ਫਿਰ ਜਿਹੜੇ ਬਚ ਗਏ 37 ਦੇ ਨੇਮ 'ਤੇ ਨਾਮ ਰੱਖਤਾ R37। ਤਾਂ ਬੱਚੇ R37 ਇਹ ਕੀ ਸੀ, ਕਬਰਸਤਾਨ ਸੀ। ਇਹ ਵੀ ਤੁਹਾਨੂੰ ਕਲੀਅਰ ਹੋ ਗਿਆ R37 ਨਾਮ ਕੀ ਆ ਇਹਦਾ ਅਤੇ ਕਿਉਂ ਰੱਖਿਆ। ਬਾਕੀ ਇੱਥੋਂ ਇਹਨਾਂ ਨੂੰ ਇੱਕ ਸਟਰਕਚਰ ਮਿਲਿਆ ਸੀ ਗੋਡੈਸ ਆਫ ਫਰਟੀਲਿਟੀ, ਮਤਲਬ ਕਿ ਉਪਜਾਊਪਣ ਹੋਣ ਦੀ ਦੇਵੀ। ਤਾਂ ਉਹਦੇ 'ਚ ਇੱਕ ਇਸਤਰੀ ਦੇ ਗਰਭ ਦੇ ਵਿੱਚੋਂ ਪੌਦੇ ਨਿਕਲਦੇ ਦਿਖਾਏ ਹੋਏ ਨੇ। ਬਾਕੀ ਹੁਣ ਇਹ ਤਾਂ ਰਹੇ ਇਹਨਾਂ ਦੀ ਗੱਲ। ਹੁਣ ਆਪਾਂ ਮੋਹਨਜੋਦਾਰੋ ਆ ਜਿਹੜਾ, ਇਹਦੀ ਵੀ ਗੱਲ ਕਰ ਲੈਂਦੇ ਹਾਂ।
ਬੱਚੇ ਦੇਖ ਚਲੋ ਇਹ 'ਤੇ ਕਰਦੇ ਆਪਾਂ ਇਹਨੂੰ ਅਰੇਜ਼ ਕਰ ਦਿੰਦੇ ਹਾਂ। ਤੁਸੀਂ ਨੋਟ ਕਰ ਲਿਆ ਹੋਊਗਾ। ਹੁਣ ਮੋਹਨਜੋਦਾਰੋ ਆ, ਇਹਦੇ ਬਾਰੇ ਵੀ ਕੁਛ ਕੁ ਪੁਆਇੰਟ ਨੇ ਜਿਹੜੇ ਤੁਸੀਂ ਇੰਪੋਰਟੈਂਟ ਉਹਨਾਂ ਨੂੰ ਨੋਟ ਕਰ ਲਿਓ। ਪਹਿਲਾਂ ਤਾਂ ਇਹਦਾ ਮਤਲਬ ਕੀ ਆ ਵੀ ਇਹ ਮ੍ਰਿਤਕਾਂ ਦਾ ਟਿੱਲਾ ਗਾ। ਕੀ ਆ ਇਹ? ਮ੍ਰਿਤਕਾਂ ਦਾ ਟਿੱਲਾ। ਕਿਹਦੇ ਦੁਆਰਾ ਲੱਭਿਆ ਗਿਆ? 1922 ਦੇ ਵਿੱਚ ਇਹ ਲੱਭਿਆ ਸੀ RD ਯਾਨੀ ਕਿ ਬੈਨਰਜੀ ਨੇ। ਆਹ ਤਾਂ ਕਲੀਅਰ ਹੋ ਗਿਆ ਨਾ। ਇਹਨਾਂ ਦੀ ਗ੍ਰੇਟ ਗ੍ਰੇਨਰੀ ਇਹਨਾਂ ਦੀ ਵੀ ਇੱਕ ਮਿਲੀ ਆ। ਬਾਕੀ ਇਹਨਾਂ ਦਾ ਸਭ ਤੋਂ ਇੰਪੋਰਟੈਂਟ ਕੀ ਸੀਗਾ? ਗ੍ਰੇਟ ਵਾਤ। ਤਾਂ ਗ੍ਰੇਟ ਵਾਤ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਉਹਦੀ ਲੰਬਾਈ ਚੜਾਈ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ। ਬਾਕੀ ਇੱਥੋਂ ਇੱਕ ਸਟੈਚੂ ਜਾਂ ਫਿਰ ਮੂਰਤੀ, ਇੱਕ ਸਟੈਚੂ ਮਿਲਿਆ ਨਟਰਾਜ। ਹੁਣ ਇਹ ਨਟਰਾਜ ਕਿਹਦਾ ਰੂਪ ਆ? ਇਹ ਹੈਗਾ ਸ਼ਿਵ ਦਾ ਰੂਪ। ਠੀਕ ਆ, ਮਤਲਬ ਕਿ ਡਾਂਸ ਦਾ ਦੇਵਤਾ ਕਹਿ ਲਓ ਤੁਸੀਂ। ਬਾਕੀ ਪਸ਼ੂਪਤੀਨਾਥ ਦੀ ਮੂਰਤੀ ਮਿਲੀ ਹੈ ਇੱਕ, ਪਸ਼ੂਪਤੀ। ਤਾਂ ਪਸ਼ੂਪਤੀਨਾਥ ਕੀ ਆ? ਇਹ ਵੀ ਸ਼ਿਵ ਦਾ ਰੂਪ ਹੀ ਆ। ਇਹਦੇ 'ਤੇ 3 ਮੁੱਖ ਨੇ, ਉਹਦੇ ਸਿਰ 'ਤੇ ਸਿੰਘ ਵੀ ਆ। ਇਹ ਮੋਹਰ ਮਿਲੀ ਸੀ ਵੈਸੇ ਜਿਹਦੇ 'ਤੇ ਮੂਰਤੀ ਬਣੀ ਹੋਈ ਸੀ। ਤਾਂ ਇਹਦੇ 6 ਜਾਨਵਰ ਨੇ। ਕਿੰਨੇ ਨੇ? 6 ਜਾਨਵਰ ਆ। ਰਾਈਟ ਸਾਈਡ ਬਾਘ ਪਲੱਸ ਹਾਥੀ, ਲੈਫਟ ਸਾਈਡ ਝੋਟਾ ਪਲੱਸ ਗੈਂਡਾ, ਐਂਡ ਨੀਚੇ 2 ਹਿਰਨ। ਦੇਖੋ ਗਿਣਤੀ ਦੇ ਵਿੱਚ 6 ਬਣਦੇ ਆ ਪਰ ਪ੍ਰਜਾਤੀਆਂ ਦੇ ਵਿੱਚ ਇਹ 5 ਹੀ ਬਣਦੇ ਆ ਕਿਉਂਕਿ ਹਿਰਨ ਨੇ ਜਿਹੜੇ ਉਹ 2 ਨੇ। ਬਾਕੀ ਪੰਛੀ ਨੇ ਤੇ ਪਸ਼ੂਨਾਥ ਦੇ ਪੈਰਾਂ ਦੇ ਵਿੱਚ 2 ਮੋਰ ਵੀ ਨੇ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਤੋਂ ਡਾਂਸਿੰਗ ਗਰਲ ਦਾ ਇੱਕ ਸਟੈਚੂ ਮਿਲਿਆ ਸੀਗਾ, ਉਹ ਵੀ ਮੋਹਨਜੋਦਾਰੋ ਦੇ ਵਿੱਚੋਂ ਮਿਲਿਆ। ਇਹ ਕਾਫੀ ਮਸ਼ਹੂਰ ਸੀਗਾ ਅਤੇ ਕਿਉਂਕਿ ਇਹ ਕਾਂਸੇ ਤੋਂ ਬਣਿਆ ਹੋਇਆ, ਉਹ ਤੋਂ ਪਤਾ ਲੱਗਦਾ ਵੀ ਉਹ ਕਾਂਸੇ ਦਾ ਯੂਜ਼ ਚੰਗੀ ਤਰ੍ਹਾਂ ਕਰਦੇ ਸੀ। ਔਰ ਹਰ ਘਰ ਦੇ ਵਿੱਚ ਇਹਨਾਂ ਦੇ ਵਿੱਚ ਇੱਕ ਖੂਹ ਦੇ ਜਿਹੜੇ ਸਬੂਤ ਨੇ ਉਹ ਵੀ ਪਾਏ ਗਏ ਆ। ਇੱਕ ਇਹਨਾਂ ਦੇ ਵਿੱਚ UPSC ਨੇ ਕੁਐਸਚਨ ਪੁੱਛਿਆ ਸੀਗਾ ਤਾਂ ਇਹਨਾਂ ਦੇ ਵਿੱਚ ਔਰ ਕਰੰਟ ਦੇ ਵਿੱਚ ਵੀ ਰਿਹਾ ਸੀਗਾ, ਕਿਉਂਕਿ ਮੈਂ ਤੁਹਾਨੂੰ ਇੱਕ ਕੁਐਸਚਨ ਕੀਤਾ ਸੀ ਵੀ ਹੁਣ ਧੌਲਾਵੀਰਾ ਜਗ੍ਹਾ ਸੀਗੀ ਗੁਜਰਾਤ ਦੀ, ਜਿਹਨੂੰ ਸ਼ਾਇਦ ਮੈਂ ਤੁਹਾਨੂੰ ਕੁਐਸਚਨ ਕੀਤਾ ਸੀ, ਕਿਸੇ ਨੇ ਕਮੈਂਟ ਨਹੀਂ ਕੀਤਾ ਵੀ ਉਹਦੇ ਵਿੱਚ ਯੂਨੈਸਕੋ ਦੇ ਵਿੱਚ ਦਰਜਾ ਮਿਲਿਆ ਸੀ। ਤਾਂ ਉਹ ਧੌਲਾਵੀਰਾ ਜਗ੍ਹਾ ਸੀ ਗੁਜਰਾਤ ਦੇ ਵਿੱਚ। ਤਾਂ ਉਹਦੇ ਵਿੱਚ ਹੀ ਇੱਕ ਲੋਥਲ ਨਾਮ ਦੀ ਜਗ੍ਹਾ ਸੀ ਗੁਜਰਾਤ ਦੇ ਭੋਗਵਾ ਨਦੀ ਦੇ ਕਿਨਾਰੇ 'ਤੇ, ਭੋਗਵਾ ਨਦੀ ਦੇ ਕਿਨਾਰੇ 'ਤੇ। ਔਰ ਇਹਦੀ ਜੇ ਆਪਾਂ ਗੱਲ ਕਰੀਏ ਖੋਜ ਕਿਹਨੇ ਕੀਤੀ ਸੀ? SR ਰਾਓ ਨੇ ਕੀਤੀ ਸੀ। ਇਹ ਓਨਲੀ ਪੋਰਟ ਸਿਟੀ ਸੀ ਇਹਨਾਂ ਦੀ। ਤਾਂ ਇੱਥੋਂ ਮਿਲਿਆ ਸੀ ਇਹਨਾਂ ਦਾ ਡੌਕ ਯਾਰਡ। ਲੋਥਲ ਬਾਰੇ ਯਾਦ ਰੱਖਣਾ ਵੀ ਇਹ ਇਹਨਾਂ ਦਾ ਇੱਕ ਪੋਰਟ ਸਿਟੀ ਸੀਗਾ। ਬਾਕੀ ਇੱਥੇ ਮੰਮੀ ਵੀ ਮਿਲੇ ਸੀਗੇ। ਬਾਕੀ ਕਾਲੀ ਬੰਗਾਂ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ, ਇੱਥੇ ਕਾਲੀ ਮਿੱਟੀ ਦੀਆਂ ਚੂੜੀਆਂ। ਕਾਲੀ ਬੰਗਾਂ ਦਾ ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋ ਗਿਆ ਵੀ ਕਾਲੀ ਮਤਲਬ ਕਾਲੀ, ਬੰਗਾ ਮਤਲਬ ਬੰਗਾ। ਇਹ ਰਾਜਸਥਾਨ ਦੇ ਵਿੱਚ ਇੱਥੇ ਕਾਲੀਆਂ ਚੂੜੀਆਂ ਬਾਹੇ ਉਹ ਖੇਤ ਮਿਲੇ ਸੀਗੇ। ਅਗਨੀਕੁੰਡ ਵੀ ਮਿਲਿਆ ਸੀ ਇੱਥੋਂ। ਜੇ ਸਭ ਤੋਂ ਵੱਡੀ ਪਲੇਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਪਲੇਸ ਰਾਖੀਗੜ੍ਹੀ ਦੇ ਵਿੱਚ ਆ। ਓਕੇ, ਇਹ ਜੇ ਤਾਂ ਇੰਪੋਰਟੈਂਟ ਫੈਕਟ ਨੇ ਬੱਚੇ ਜਿਹੜੇ ਤੁਹਾਨੂੰ ਮਤਲਬ ਕਿ ਰਟੇ ਹੋਣੇ ਚਾਹੀਦੇ ਆ। ਬਾਕੀ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾ ਰਹੇ। ਇਹ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਦੇ ਵਿੱਚੋਂ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਆਹ ਕੁਝ ਕੁ ਟਾਊਨ ਲਿਖੂੰਗਾ ਮੈਂ ਇੱਥੇ, ਉਹਨਾਂ ਦੇ ਨਾਲ ਨਦੀ ਹੋਊਗੀ। ਹੜੱਪਾ ਇਹ ਨਦੀ ਹੈਗੀ ਆ ਰਾਵੀ 'ਤੇ। ਕਾਲੀ ਬੰਗਾ ਇਹ ਕਿੱਥੇ? ਹੁਣੇ ਆਪਾਂ ਗੱਲ ਕਰੀ ਸੀ ਕਾਲੀ ਬੰਗਾ ਰਾਜਸਥਾਨ ਦੇ ਵਿੱਚ ਆ। ਘੱਗਰ 'ਤੇ ਲੋਥਲ ਤੁਹਾਡੇ ਸਾਹਮਣੇ ਉੱਤੇ ਲਿਖਿਆ ਹੀ ਪਿਆ ਭੋਗਵਾ, ਇਹ ਓਨਲੀ ਪੋਰਟ ਸਿਟੀ ਆ। ਔਰ ਰੋਪੜ ਇਹ ਤਾਂ ਆਪਾਂ ਨੂੰ ਸਭ ਨੂੰ ਪਤਾ, ਸਤਲੁਜ। ਔਰ ਇਸ ਤੋਂ ਬਾਅਦ ਜਿਹੜਾ ਮੋਹਨਜੋਦਾਰੋ ਉੱਥੋਂ ਆਪਾਂ ਲਿਖਿਆ ਸੀ ਵੀ ਡਾਂਸਿੰਗ ਗਰਲ, ਜਿਹੜਾ ਉਹ ਵੀ ਧਿਆਨ 'ਚ ਰੱਖਣਾ। ਔਰ ਜਿਹੜਾ ਕਾਲੀ ਬੰਗਾ ਰਾਜਸਥਾਨ ਦੇ ਵਿੱਚ ਹਨੂੰਮਾਨਗੜ੍ਹ ਆ, ਇਹ ਲੱਭਿਆ ਸੀ ਏ ਘੋਸ਼ ਨੇ। ਏ ਘੋਸ਼ ਨੇ 1951 ਦੇ ਵਿੱਚ। ਔਰ ਜਿਹੜਾ ਲੋਥਲ ਲੱਭਿਆ ਸੀ ਇਹ ਲੱਭਿਆ ਸੀ 1954 ਦੇ ਵਿੱਚ। ਇਹ ਕੁਛ ਕੁ ਇੰਪੋਰਟੈਂਟ ਫੈਕਟ ਨੇ ਜਿਹੜੇ ਤੁਹਾਨੂੰ ਧਿਆਨ ਦੇ ਵਿੱਚ ਰੱਖਣੇ ਪੈਣਗੇ। ਬਾਕੀ ਰਾਖੀਗੜ੍ਹੀ ਆ ਜਿਹੜਾ ਇਹ ਕਿੱਥੇ ਆ? ਹਿਸਾਰ ਹਰਿਆਣਾ ਦੇ ਵਿੱਚ ਆ। ਔਰ ਇਹ ਲਾਰਜੈਸਟ ਸਭ ਦੇ ਵਿੱਚੋਂ ਭਾਰਤ ਦੇ ਵਿੱਚੋਂ ਘੱਗਰ ਨਦੀ ਦੇ ਕਿਨਾਰੇ 'ਤੇ ਲੱਭੀ ਸੀ ਇਹ ਸੂਰਜਭਾਨ ਨੇ 1969 ਦੇ ਵਿੱਚ। ਤਾਂ ਬੱਚੇ ਇਹ ਸੀਗੇ ਇਹਨਾਂ ਦੇ ਇੰਪੋਰਟੈਂਟ ਫੈਕਟ ਜਿਹੜੇ ਤੁਹਾਨੂੰ ਕਲੀਅਰ ਹੋਣਗੇ। ਆਈ ਥਿੰਕ ਹੁਣ ਤਾਂ ਮੈਂ ਬੜੇ ਆਸਾਨ ਸ਼ਬਦਾਂ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬੱਚੇ। ਤੁਹਾਨੂੰ ਉਮੀਦ ਕਰਦਾ ਵੀ ਤੁਹਾਨੂੰ ਕਲੀਅਰ ਹੋ ਹੀ ਗਏ ਹੋਣਗੇ। ਤਾਂ 5 ਕੁਐਸਚਨ ਸੀਗੇ, ਆਪਾਂ 5 ਦੇ ਵਿੱਚੋਂ ਇੰਡਸ ਵੈਲੀ ਨੂੰ ਤਕਰੀਬਨ ਪੂਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ
ਕਿ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਲੀਅਰ ਹੋ ਸਕਣ। ਬਾਕੀ ਇਹਨਾਂ ਦੇ ਵਿੱਚ ਪੜ੍ਹਨ ਨੂੰ ਹੋਰ ਬਹੁਤ ਚੀਜ਼ਾਂ ਨੇ, ਪਰ ਉਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਦੇ ਬਾਰੇ ਨਹੀਂ ਕਰਨਾ। ਬਾਕੀ ਜੇ ਐਗਰੀਕਲਚਰ ਦੀ ਗੱਲ ਕਰੀਏ ਤਾਂ ਚੌਲਾਂ ਬਾਰੇ ਇਹਨਾਂ ਨੂੰ ਪਤਾ ਸੀਗਾ, ਕਿਉਂਕਿ ਲੋਥਲ ਤੇ ਰੰਗਪੁਰ ਤੋਂ ਇਹਨਾਂ ਦੇ ਚੌਲਾਂ ਦੇ ਸਬੂਤ ਮਿਲੇ ਆ। ਜੇ ਤੁਹਾਨੂੰ ਪੁੱਛੇ ਵੀ ਇਹਨਾਂ ਦੀ ਮੇਨ ਕ੍ਰੌਪ ਕਿਹੜੀ ਆ ਤਾਂ ਬਾਰਲੇ ਤੇ ਬੀਟ ਆ, ਬਟ ਚੌਲਾਂ ਦੀ ਜਾਣਕਾਰੀ ਇਹਨਾਂ ਨੂੰ ਸੀਗੀ ਕਿਉਂਕਿ ਲੋਥਲ ਐਂਡ ਰੰਗਪੁਰ ਤੋਂ ਇੱਥੋਂ ਇਹਨਾਂ ਨੂੰ ਸਬੂਤ ਮਿਲਿਆ। ਤਾਂ ਇੱਕ ਤਾਂ ਇਹਨਾਂ ਨੂੰ ਗੰਨੇ ਦੀ ਖੇਤੀ ਦਾ ਕੋਈ ਵੀ ਸਾਨੂੰ ਅਵਸ਼ੇਸ਼ ਨਹੀਂ ਮਿਲਿਆ, ਔਰ ਇਹ ਟਰੇਡ ਕਰਦੇ ਸੀਗੇ ਪੂਰਾ। ਅਤੇ ਜਿਹੜੇ ਇਦੋਂ ਵੈਦਿਕ ਕਾਲ ਵਾਲੇ ਸੀ ਉਹ ਤਾਂ ਆਪਦਾ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਸੀ, ਬਟ ਇਹ ਅਰਬਨ ਹੋਣ ਕਰਕੇ ਇਹਨਾਂ ਦਾ ਲੋਥਲ ਪੋਰਟ ਸਿਟੀ ਵੀ ਸੀ, ਤਾਂ ਕਰਕੇ ਇਹ ਕੀ ਕਰਦੇ ਸੀਗੇ, ਟਰੇਡ ਕਰਦੇ ਸੀਗੇ ਬਾਕੀ ਦੇਸ਼ਾਂ ਦੇ ਨਾਲ। ਕਪਾਹ ਵੀ ਸਭ ਤੋਂ ਪਹਿਲਾਂ ਸਿੰਧ ਵਾਸੀਆਂ ਨੇ ਇਹਨਾਂ ਨੇ ਪੈਦਾ ਕੀਤੀ ਸੀਗੀ, ਮੈਸਾਪਟਾਮੀਆ ਨੇ ਨਾਲ ਵੀ ਇਹਨਾਂ ਦੇ ਨਾਲ ਹੀ ਰਲ ਕੇ ਮਤਲਬ ਇਹ ਚੀਜ਼ਾਂ ਨੂੰ ਕਪਾਹ ਪੈਦਾ ਕੀਤੀ ਆ। ਹੁਣ ਜੇ ਗੱਲ ਕਰੀਏ ਪਸ਼ੂ ਪਾਲਣ ਦੀ ਤਾਂ ਹੁਣ ਹਾਥੀ ਘੋੜੇ ਤਾਂ ਇਹਨਾਂ ਦੇ ਬਾਰੇ ਪਤਾ ਹੀ ਆ, ਪਰ ਪਾਲਤੂ ਬਣਾਉਣ ਦਾ ਸਬੂਤ ਸਾਨੂੰ ਕੋਈ ਨਹੀਂ ਮਿਲਿਆ। ਅਤੇ ਜਿਹੜਾ ਲੋਥਲ ਆ, ਲੋਥਲ ਤੋਂ ਕਾਫੀ ਇੰਪੋਰਟੈਂਟ ਜਿਹੜੀ ਆ, ਬੱਚੇ ਲੋਥਲ ਨੂੰ ਤੁਸੀਂ ਮਾਰਕ ਕਰ ਲਿਓ ਕਿਉਂਕਿ ਲੋਥਲ ਦੇ ਵਿੱਚ ਕਾਫੀ ਚੀਜ਼ਾਂ ਸੀਗੀਆਂ, ਔਰ ਓਨਲੀ ਉਹਨਾਂ ਦੀ ਇਹ ਡੌਕ ਯਾਰਡ ਸੀਗਾ, ਉਹਨਾਂ ਦਾ ਮਤਲਬ ਪੋਰਟ ਸੀਗਾ ਉੱਥੇ। ਤਾਂ ਇੱਥੋਂ ਘੋੜੇ ਦੇ ਸਬੂਤ ਵੀ ਇਹਨਾਂ ਤੋਂ ਮਿਲੇ ਨੇ। ਬਾਕੀ ਇੱਕ ਹੁਣ ਵੀ ਕੁਐਸਚਨ ਆਇਆ ਹੋਇਆ ਸੀਗਾ, ਆਈ ਥਿੰਕ PPSC ਦਾ ਯੂਜ਼ੀ ਕੋਈ ਪੇਪਰ ਹੋ ਕੇ ਹਟਿਆ, ਤਾਂ ਉਹਦੇ 'ਚ ਉਹਨਾਂ ਨੇ ਪੁੱਛਿਆ ਸੀ ਵੀ ਇਹਨਾਂ ਦੇ ਵਿੱਚੋਂ ਕਿਹਦੇ ਸਿੰਧੂ ਘਾਟੀ ਸੱਭਿਅਤਾ ਦੇ ਵਿੱਚ ਸਬੂਤ ਨਹੀਂ ਮਿਲੇ। ਅਤੇ ਬੱਚੇ ਦੇਖੋ, ਨਾ ਤਾਂ ਗਾਂ ਦਾ ਨਾ ਸ਼ੇਰ ਦਾ, ਇੱਥੇ ਕੋਈ ਸਬੂਤ ਨਹੀਂ ਮਿਲਿਆ ਇਹਨਾਂ ਨੂੰ। ਤਾਂ ਇਹ ਤੁਸੀਂ ਸਪੈਸ਼ਲ ਤੌਰ 'ਤੇ ਲਿਖ ਲਿਓ। ਬਾਕੀ ਇਹਨਾਂ ਦੀ ਕੋਈ ਕਰੰਸੀ ਨਹੀਂ ਸੀਗੀ, ਇਹਨਾਂ ਦੀ ਨਾ ਇਹਨਾਂ ਦੀ ਕੋਈ ਮੁਦਰਾ ਸੀ, ਤਾਂ ਟਰੇਡ ਕਰਦੇ ਸੀ ਬਾਰਟਰ ਸਿਸਟਮ ਦੇ ਨਾਲ। ਜਿਵੇਂ ਆਪਣਾ ਬਾਕੀ ਦੇਸ਼ਾਂ ਦੇ ਨਾਲ ਹੁਣ ਬਾਰਟਰ ਸਿਸਟਮ ਚੱਲਦਾ ਨਾ, ਤੁਸੀਂ ਇੰਗਲਿਸ਼ ਨਿਊਜ਼ਪੇਪਰ ਦੇਖਦੇ ਹੋਵੋਗੇ ਤਾਂ ਉਹਦੇ 'ਚ ਬਾਰਟਰ ਸਿਸਟਮ ਆ ਜਿਹੜਾ ਅਕਸਰ ਚਰਚਾ ਦੇ ਵਿੱਚ ਡੇਲੀ ਆਉਂਦਾ। ਓਕੇ, ਬਾਕੀ ਲੋਥਲ ਤੋਂ ਪਰਸੀਆਂ ਦੀ ਕਰੰਸੀ ਮਿਲੀ ਹੈ ਜ਼ਰੂਰ, ਬਟ ਉਹ ਵੀ ਇਹ ਦਰਸਾਉਂਦਾ ਵੀ ਉੱਥੇ ਉਹਨਾਂ ਦੇ ਨਾਲ ਟਰੇਡ ਕਰਦੇ ਸੀਗੇ ਕਿਉਂਕਿ ਲੋਥਲ ਇਹਨਾਂ ਦਾ ਡੌਕ ਯਾਰਡ ਸੀਗਾ। ਇਹ ਸੀ ਬੱਚੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਬਾਰੇ ਫੈਕਟ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਕਲੀਅਰ ਹੋ ਗਏ ਹੋਣਗੇ। ਬਾਕੀ ਇਹਦੇ 'ਚ ਤੁਹਾਨੂੰ ਕਾਫੀ ਚੀਜ਼ਾਂ ਨੇ ਜਿਹੜੀਆਂ ਸਲਾਈਡ ਦੇ ਵਿੱਚ ਮਿਲ ਜਾਣਗੀਆਂ ਅਤੇ ਤੁਸੀਂ ਪੜ੍ਹ ਵੀ ਸਕਦੇ ਹੋ ਇਹਨਾਂ ਨੂੰ। ਬਾਕੀ ਤੁਹਾਨੂੰ ਜਿੰਨਾ ਇੰਪੋਰਟੈਂਟ ਸੀ ਮੈਂ ਤੁਹਾਨੂੰ ਉਨੀਆਂ ਚੀਜ਼ਾਂ ਇਹਨਾਂ ਦੀਆਂ ਸਮਝਾਤੀਆਂ ਨੇ। ਓਕੇ, ਅੱਜ ਬੱਚੇ 5 ਕੁਐਸਚਨ ਕੀਤੇ ਆਪਾਂ, ਵੈਸੇ ਤਾਂ ਰੱਖਣੇ ਜ਼ਿਆਦਾ ਸੀਗੇ, ਬਟ ਵੀਡੀਓ ਫਿਰ ਜ਼ਿਆਦਾ ਫੈਕਟ ਕਰਕੇ ਲੌਂਗ ਹੋ ਜਾਂਦੀ ਆ, ਉਨੀ ਤੁਹਾਨੂੰ ਦੇਖਣੀ ਔਖੀ ਹੋ ਜਾਂਦੀ ਆ। ਹਿਸਟਰੀ ਵੈਸੇ ਵੀ ਟਫ ਲੱਗਦੀ ਆ। ਤਾਂ ਬੱਚੇ ਦੇਖੋ, ਵੀਡੀਓ ਬਣਾਉਣ ਦੇ ਲਈ ਔਰ ਤਿਆਰ ਕਰਨ ਦੇ ਲਈ ਬਹੁਤ ਟਾਈਮ ਲੱਗ ਜਾਂਦਾ, ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਜਿਹੜੇ ਬੱਚੇ ਚੈਨਲ 'ਤੇ ਨਵੇਂ ਨੇ ਦੈਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਸਾਂਝਾ ਕਰੋ, ਤਾਂ ਜੋ ਬਾਕੀਆਂ ਨੂੰ ਵੀ ਚੈਨਲ ਦਾ ਬੈਨੀਫਿਟ ਆ ਜਿਹੜਾ ਉਹ ਹੋ ਸਕੇ। ਔਰ ਸਾਨੂੰ ਵੀ ਤੁਹਾਡੇ ਬੱਚੇ ਲਾਈਕ, ਕਮੈਂਟ, ਸਬਸਕ੍ਰਾਈਬ ਨਾਲ ਮੋਟੀਵੇਸ਼ਨ ਮਿਲਦਾ। ਤਾਂ ਆਪਣੇ ਸਭ ਦੇ ਨਾਲ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਜੋ ਆਪਣਾ ਚੈਨਲ ਅੱਗੇ ਦੀ ਅੱਗੇ ਪ੍ਰਮੋਟ ਹੋਵੇ, ਤਾਂ ਅਸੀਂ ਤੁਹਾਡੇ ਲਈ ਹੋਰ ਬਿਹਤਰੀਨ ਕੰਟੈਂਟ ਆ ਜਿਹੜਾ ਉਹ ਪ੍ਰੋਵਾਈਡ ਕਰਵਾਈਏ। ਜਿਨ੍ਹਾਂ ਨੂੰ PDF ਚਾਹੀਦਾ ਉਹ ਟੈਲੀਗ੍ਰਾਮ ਨੂੰ ਜੁਆਇਨ ਕਰ ਲਿਓ। ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਵੀਡੀਓ ਦੇਖਣ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਟੇਕ ਕੇਅਰ।